ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਹੋਰ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਰਾਜਾ ਅੰਬਰੀਸ਼ ਦੀ ਕਥਾ ਸੁਣਾਈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ। ਬਾਬਾ ਸ਼੍ਰੀ ਚੰਦ ਜੀ ਹਰ ਰੋਜ਼ ਦੀ ਤਰ੍ਹਾਂ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਸੰਗਤਾਂ ਦੇ ਮਨ ਪ੍ਰਸੰਨ ਹੋ ਰਹੇ ਸਨ। ਇੱਕ ਭਗਤ ਨੇ ਉੱਠ ਕੇ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਬਾਬਾ ਜੀ, ਰਾਜਾ ਅੰਬਰੀਸ਼ ਬਾਰੇ ਜੋ ਕਥਾ ਹੈ ਉਹ ਸਾਨੂੰ ਸੁਣਾਓ, ਸਾਨੂੰ ਪਤਾ ਲੱਗ ਸਕੇ ਕਿ ਪੁਰਾਤਨ ਪ੍ਰਸੰਗ ਕਿਸ ਤਰ੍ਹਾਂ ਹੈ। ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਬੋਲੇ ਕਿ ਭਗਤ ਜਨੋ, ਸਰਿਆਤੀ ਦੀ ਸੰਤਾਨ ਵਿੱਚੋਂ ਅੰਬਰੀਸ਼ ਰਾਜਾ ਬੜਾ ਪ੍ਰਤਾਪੀ ਸੀ। ਰਾਜਾ ਵੈਸ਼ਨਵ ਸੀ, ਜਿਸ ਉੱਤੇ ਬ੍ਰਾਹਮਣ ਦਾ ਸ਼ਰਾਪ ਨਹੀਂ ਲੱਗਦਾ ਸੀ। ਰਾਜਾ ਅੰਬਰੀਸ਼ ਹਰੀ ਭਗਤ ਕਥਾ ਕੀਰਤਨ ਵਿੱਚ ਮਗਨ ਰਹਿੰਦਾ ਸੀ। ਅੰਬਰੀਸ਼ ਦੇ ਰਾਜ ਦੀ ਸੁਦਰਸ਼ਨ ਚੱਕਰ ਰੱਖਿਆ ਕਰਦਾ ਸੀ ਅਤੇ ਰਾਜਾ ਦੀ ਰਾਣੀ ਵੀ ਵੈਸ਼ਨਵ ਸੀ। ਉਹ ਦੋਵੇਂ ਇਕਾਦਸ਼ੀ ਦਾ ਵਰਤ ਬੜੀ ਸ਼ਰਧਾ ਪੂਰਵਕ ਕਰਦੇ ਸਨ। ਦੋਵੇਂ ਪੱਕੇ ਨਿਸ਼ਚੇ ਵਾਲੇ ਸਨ। ਦੂਸਰੇ ਦਿਨ 2 ਘੜੀ ਦੁਆਦਸ਼ੀ ਸੀ। ਉਸ ਸਮੇਂ ਦੁਰਵਾਸਾ ਰਿਸ਼ੀ ਅੰਬਰੀਸ਼ ਪਾਸ ਆਏ। ਉਹਨਾਂ ਦੇ ਨਾਲ ਹਜ਼ਾਰਾਂ ਰਿਸ਼ੀ ਮੁਨੀ ਸਨ ਅਤੇ ਰਾਜਾ ਅੰਬਰੀਸ਼ ਤੋਂ ਭੋਜਨ ਮੰਗਿਆ। ਰਾਜੇ ਨੇ ਕਿਹਾ, ਭੋਜਨ ਬਣ ਰਿਹਾ ਹੈ, ਕੁਝ ਦੇਰ ਆਰਾਮ ਕਰੋ, ਫਿਰ ਭੋਜਨ ਵਰਤਾਇਆ ਜਾਵੇਗਾ। ਦੁਰਵਾਸਾ ਜੀ ਨੇ ਕਿਹਾ ਕਿ ਅਸੀਂ ਇਸ਼ਨਾਨ ਕਰਕੇ ਆਉਂਦੇ ਹਾਂ, ਫਿਰ ਭੋਜਨ ਖਾਵਾਂਗੇ। ਇਹ ਕਹਿ ਕੇ ਦੁਰਵਾਸਾ ਜੀ ਰਿਸ਼ੀਆਂ ਸਹਿਤ ਜਮਨਾ ਵਿੱਚ ਇਸ਼ਨਾਨ ਕਰਨ ਚਲੇ ਗਏ। ਇਸ਼ਨਾਨ ਕਰਨ ਗਿਆ ਬਹੁਤ ਜ਼ਿਆਦਾ ਦੇਰ ਹੋ ਗਈ ਅਤੇ ਦੁਆਦਸ਼ੀ ਤਿਥੀ ਮੁੱਕਣ ਤੇ ਆ ਗਈ ਤਾਂ ਰਾਜਾ ਅੰਬਰੀਸ਼ ਨੇ ਰਿਸ਼ੀਆਂ ਤੋਂ ਪੁੱਛਿਆ ਕਿ ਹੁਣ ਕੀ ਕੀਤਾ ਜਾਵੇ। ਤ੍ਰੋਦਸ਼ੀ ਵਿੱਚ ਵਰਤ ਕਰਨਾ ਦੋਸ਼ ਹੈ। ਰਿਸ਼ੀਆਂ ਨੇ ਕਿਹਾ ਕਿ ਚਰਨਾਮ੍ਰਿਤ ਲੈ ਲਵੋ। ਤ੍ਰੋਦਸ਼ੀ ਵਿੱਚ ਦੁਰਵਾਸਾ ਜੀ ਨੂੰ ਅੰਨ ਛਕਾ ਕੇ ਚੁੱਲ੍ਹੀ ਭਰ ਕੇ ਪਾਣੀ ਪੀਣਾ ਭੋਜਨ ਦੀ ਗਿਣਤੀ ਵਿੱਚ ਨਹੀਂ ਹੈ। ਰਿਸ਼ੀਆਂ ਦੇ ਕਹਿਣ ਤੇ ਰਾਜਾ ਨੇ ਵਰਤ ਉਤਾਰ ਲਿਆ। ਉਤਨੀ ਦੇਰ ਨੂੰ ਦੁਰਵਾਸਾ ਜੀ ਆ ਗਏ। ਜਦ ਇਹ ਗੱਲ ਸੁਣੀ ਕਿ ਰਾਜਾ ਨੇ ਵਰਤ ਖੋਲ੍ਹ ਲਿਆ ਹੈ, ਤਦ ਕ੍ਰੋਧ ਵਿੱਚ ਆ ਗਏ ਅਤੇ ਕਹਿਣ ਲੱਗੇ ਕਿ ਸਾਡੇ ਬਿਨਾਂ ਭੋਜਨ ਕਿਉਂ ਕੀਤਾ ਹੈ। ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਇੱਕ ਲੱਟ ਜਟਾ ਵਿੱਚੋਂ ਕੱਢ ਕੇ ਧਰਤੀ ਉੱਤੇ ਪਟਕੀ, ਜਿਸ ਵਿੱਚੋਂ ਕ੍ਰਿਤਿਆ ਰਾਖਸ਼ਣੀ ਨਿਕਲ ਆਈ। ਰਾਖਸ਼ਣੀ ਰਾਜਾ ਨੂੰ ਮਾਰਨ ਵਾਸਤੇ ਪਿੱਛੇ ਪੈ ਗਈ। ਉਸੇ ਸਮੇਂ ਭਗਵਾਨ ਜੀ ਨੇ ਸੁਦਰਸ਼ਨ ਚੱਕਰ ਨੂੰ ਰਾਜੇ ਦੀ ਰੱਖਿਆ ਵਾਸਤੇ ਭੇਜ ਦਿੱਤਾ। ਕ੍ਰਿਤਿਆ ਰਾਖਸ਼ਣੀ ਡਰ ਕੇ ਭੱਜ ਗਈ। ਉਹ ਸੁਦਰਸ਼ਨ ਤੋਂ ਡਰ ਕੇ ਬਹੁਤ ਜ਼ਿਆਦਾ ਦੂਰ ਚਲੀ ਗਈ ਅਤੇ ਸੁਦਰਸ਼ਨ ਚੱਕਰ ਹੁਣ ਦੁਰਵਾਸਾ ਨੂੰ ਭਸਮ ਕਰਨ ਲਈ ਉਸ ਪਿੱਛੇ ਭੱਜ ਗਿਆ। ਦੁਰਵਾਸਾ ਅੱਗੇ ਅੱਗੇ ਭੱਜ ਗਏ। ਉਸ ਜਗ੍ਹਾ ਤੋਂ ਭੱਜ ਕੇ ਉਹ ਦੇਵਤਿਆਂ ਦੇ ਅਸਥਾਨ ਤੇ ਗਏ, ਪਰ ਦੁਰਵਾਸਾ ਜੀ ਦੀ ਕਿਸੇ ਨੇ ਰੱਖਿਆ ਨਾ ਕੀਤੀ। ਬ੍ਰਹਮਾ ਪਾਸ ਵੀ ਗਏ। 1 ਸਾਲ ਇਸੇ ਤਰ੍ਹਾਂ ਭੱਜਦੇ ਫਿਰਦੇ ਰਹੇ ਅਤੇ ਸੁਦਰਸ਼ਨ ਚੱਕਰ ਰਿਸ਼ੀ ਦੇ ਪਿੱਛੇ ਪਿੱਛੇ ਫਿਰਦਾ ਰਿਹਾ। ਕਿਸੇ ਨੇ ਵੀ ਰਿਸ਼ੀ ਦੀ ਰੱਖਿਆ ਨਾ ਕੀਤੀ। ਨਿਰਾਸ਼ ਹੋ ਕੇ ਵਾਪਸ ਧਾਮ
ਭਗਵਾਨ ਜੀ ਦੇ ਕੋਲ ਗਏ। ਭਗਵਾਨ ਜੀ ਨੇ ਰਿਸ਼ੀ ਨੂੰ ਕੋਈ ਸਹਾਰਾ ਨਾ ਦਿੱਤਾ ਅਤੇ ਕਿਹਾ ਕਿ ਰਾਜਾ ਅੰਬਰੀਸ਼ ਦੀ ਸ਼ਰਨ ਲਵੋ। ਉਧਰ ਰਾਜਾ ਅੰਬਰੀਸ਼ 1 ਸਾਲ ਉਸੇ ਤਰ੍ਹਾਂ ਖੜੇ ਰਹੇ ਅਤੇ ਭੋਜਨ ਵੀ ਨਹੀਂ ਖਾਧਾ। ਦੁਰਵਾਸਾ ਜੀ ਦੀ ਚਿੰਤਾ ਵਿੱਚ ਲੱਗੇ ਰਹੇ। ਮੇਰੀ ਖਾਤਰ ਬ੍ਰਾਹਮਣ ਨੇ ਕਿਤਨਾ ਕਸ਼ਟ ਉਠਾਇਆ ਹੈ। ਉਧਰ ਦੁਰਵਾਸਾ ਜੀ ਹੱਥ ਜੋੜ ਕੇ ਰਾਜਾ ਅੰਬਰੀਸ਼ ਦੇ ਸਾਹਮਣੇ ਆ ਕੇ ਖੜੇ ਹੋ ਗਏ ਅਤੇ ਰਾਜਾ ਪਾਸੋਂ ਮਾਫੀ ਮੰਗੀ। ਰਾਜਾ ਨੂੰ ਰਿਸ਼ੀ ਤੇ ਦਇਆ ਆਈ ਅਤੇ ਸੁਦਰਸ਼ਨ ਚੱਕਰ ਨੂੰ ਕਿਹਾ ਕਿ ਇਹ ਬ੍ਰਾਹਮਣ ਹੈ, ਮੈਂ ਬ੍ਰਾਹਮਣ ਦਾ ਦਾਸ ਹਾਂ। ਅੱਜ ਤੱਕ ਜੋ ਧਰਮ ਕੀਤਾ ਹੈ ਉਸ ਦਾ ਫਲ ਮੈਨੂੰ ਦਿਓ। ਦੁਰਵਾਸਾ ਜੀ ਦੀ ਰੱਖਿਆ ਕਰੋ। ਤਾਂ ਸੁਦਰਸ਼ਨ ਚੱਕਰ ਨੇ ਆਪਣਾ ਤੇਜ ਠੰਡਾ ਕੀਤਾ। ਫਿਰ ਰਾਜਾ ਅੰਬਰੀਸ਼ ਨੇ ਦੁਰਵਾਸਾ ਜੀ ਅੱਗੇ ਹੱਥ ਜੋੜ ਕੇ ਕਿਹਾ ਕਿ ਆਪ ਭੋਜਨ ਖਾਓ। ਤਾਂ ਦੁਰਵਾਸਾ ਜੀ ਨੇ ਰਿਸ਼ੀਆਂ ਸਹਿਤ ਭੋਜਨ ਖਾਧਾ ਅਤੇ ਭੋਜਨ 1 ਵਰਸ਼ ਭਾਵ 1 ਸਾਲ ਤੱਕ ਠੰਡਾ ਨਹੀਂ ਹੋਇਆ ਸੀ, ਕਿਉਂਕਿ ਰਾਜਾ ਰਿਸ਼ੀ ਦੁਰਵਾਸਾ ਦਾ ਇੰਤਜ਼ਾਰ ਕਰ ਰਹੇ ਸਨ। ਦੁਰਵਾਸਾ ਜੀ ਨੇ ਕਿਹਾ ਕਿ ਮੈਂ ਹਰੀ ਭਗਤਾਂ ਦੀ ਮਹਿਮਾ ਨਹੀਂ ਜਾਣਦਾ ਸੀ ਕਿ ਪਰਮੇਸ਼ਵਰ ਦੇ ਭਗਤ ਸਭ ਤੋਂ ਪ੍ਰਬਲ ਹੁੰਦੇ ਹਨ। ਹੇ ਰਾਜਨ, ਆਪ ਧੰਨ ਹੋ ਜੋ ਮੇਰੇ ਅਪਰਾਧੀ ਹੋਣ ਵਾਸਤੇ 1 ਸਾਲ ਖੜੇ ਰਹੇ। ਰਾਜਾ ਅੰਬਰੀਸ਼ ਨੇ ਕਿਹਾ ਕਿ ਇਹ ਸਭ ਸੁਦਰਸ਼ਨ ਚੱਕਰ ਦਾ ਪ੍ਰਤਾਪ ਹੈ ਜਿਸ ਨੇ ਰੱਖਿਆ ਕੀਤੀ ਹੈ। ਇਸ ਤੋਂ ਉਪਰੰਤ ਰਾਜਾ ਅੰਬਰੀਸ਼ ਆਪਣੇ ਬੇਟੇ ਨੂੰ ਰਾਜ ਭਾਗ ਸੰਭਾਲ ਲਈ ਦੇ ਕੇ ਆਪ ਤਪ ਕਰਨ ਲਈ ਜੰਗਲ ਵਿੱਚ ਚਲੇ ਗਏ। ਭਗਵਾਨ ਜੀ ਕਹਿਣ ਲੱਗੇ ਕਿ ਭਗਤੋ ਜਨੋ, ਰਾਜਾ ਅੰਬਰੀਸ਼ ਰਿਸ਼ੀ ਮੁਨੀਆਂ ਦੀ ਸਹਾਇਤਾ ਕਰਦੇ ਸਨ। ਉਹ ਸੱਚੇ ਮਨ ਨਾਲ ਵਰਤ ਰੱਖਦੇ ਸਨ ਅਤੇ ਪ੍ਰਭੂ ਦਾ ਸਿਮਰਨ ਹਰ ਸਮੇਂ ਕਰਦੇ ਰਹਿੰਦੇ ਸਨ, ਜਿਸ ਕਰਕੇ ਸੁਦਰਸ਼ਨ ਚੱਕਰ ਰਾਜਾ ਅੰਬਰੀਸ਼ ਦੀ ਰੱਖਿਆ ਕਰਦਾ ਸੀ। ਰਾਜਾ ਅੰਬਰੀਸ਼ ਦਾ ਕੋਈ ਦੋਸ਼ ਨਹੀਂ ਸੀ। ਦੁਰਵਾਸਾ ਰਿਸ਼ੀ ਨੇ ਕ੍ਰੋਧ ਕਰਕੇ ਜੋ ਰਾਖਸ਼ਣੀ ਪ੍ਰਗਟ ਕੀਤੀ ਸੀ ਕਿ ਅੰਬਰੀਸ਼ ਨੂੰ ਮਾਰ ਦੇਵੇ, ਉਸ ਨੂੰ ਸੁਦਰਸ਼ਨ ਚੱਕਰ ਨੇ ਭਜਾ ਦਿੱਤਾ ਅਤੇ ਦੁਰਵਾਸਾ ਰਿਸ਼ੀ ਨੂੰ ਹੀ ਭਸਮ ਕਰਨ ਲੱਗਾ, ਜਿਸ ਕਰਕੇ ਰਿਸ਼ੀ ਜੀ ਹਰ ਜਗ੍ਹਾ ਤੇ ਗਏ ਪਰ ਉਸ ਦੀ ਕਿਸੇ ਨੇ ਸਹਾਇਤਾ ਨਾ ਕੀਤੀ। ਅੰਤ ਨੂੰ ਭਗਵਾਨ ਜੀ ਪਾਸ ਗਏ ਤਾਂ ਭਗਵਾਨ ਨੇ ਕਿਹਾ ਕਿ ਰਾਜਾ ਅੰਬਰੀਸ਼ ਦੇ ਚਰਨਾਂ ਵਿੱਚ ਜਾਓ, ਆਪ ਦੀ ਉਹੀ ਰੱਖਿਆ ਕਰ ਸਕਦੇ ਹਨ। ਇਸ ਤਰ੍ਹਾਂ ਭਗਵਾਨ ਆਪਣੇ ਭਗਤ ਦੀ ਪੈਜ ਭਾਵ ਰੱਖਿਆ ਕਰਦੇ ਹਨ ਅਤੇ ਵਡਿਆਈ ਦਿੰਦੇ ਹਨ। ਇਹ ਕਥਾ ਅੰਬਰੀਸ਼ ਦੀ ਜੋ ਬਾਬਾ ਸ਼੍ਰੀ ਚੰਦ ਜੀ ਨੇ ਸੁਣਾਈ ਸੀ, ਇਹ ਕਥਾ ਬਹੁਤ ਮਹਾਨ ਹੈ। ਜੋ ਪ੍ਰੇਮ ਸਹਿਤ ਸਰਵਣ ਕਰਕੇ ਮਨ ਵਿੱਚ ਵਸਾਵੇਗਾ ਉਸ ਦਾ ਪਾਪ ਨਾਸ਼ ਹੋ ਜਾਵੇਗਾ, ਪਾਪ ਤੋਂ ਮੁਕਤੀ ਹੋਵੇਗੀ। ਬਾਬਾ ਸ਼੍ਰੀ ਚੰਦ ਜੀ ਭਗਤਾਂ ਦੀ ਰੱਖਿਆ ਕਰਦੇ ਹਨ ਅਤੇ ਅੰਗ ਸੰਗ ਸਹਾਈ ਰਹਿੰਦੇ ਹਨ। ਬੋਲ ਭਗਵਾਨ ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੀ ਜੈ।